हेलो स्टूडेंट्स, आई एम हनीश बंसल, आई एम योर बिजनेस स्टडी ਲੈਕਚਰਰ। ਤਾਂ ਸਟੂਡੈਂਟਸ ਹੁਣ ਆਪਾਂ ਅੱਗੇ ਚੱਲਦੇ ਹਾਂ। ਆਪਣਾ ਟੌਪਿਕ ਹੈ ਟਾਈਪਸ ਆਫ ਕੰਪਨੀ। ਟਾਈਪਸ ਆਫ ਕੰਪਨੀ ਕਹਿੰਦੇ ਕਿੰਨੇ ਟਾਈਪ ਦੀ ਹੁੰਦੀ ਹੈ? 3 ਟਾਈਪ ਦੀ ਹੁੰਦੀ ਹੈ। ਦੇਖੋ, ਪਹਿਲਾਂ ਤਾਂ ਕਿਹੜੀ ਹੁੰਦੀ ਹੈ? ਪ੍ਰਾਈਵੇਟ ਲਿਮਟਿਡ ਕੰਪਨੀ, ਫਿਰ ਪਬਲਿਕ, ਫਿਰ 1 ਪਰਸਨ ਕੰਪਨੀ। ਜਿਹੜੀ ਪ੍ਰਾਈਵੇਟ ਲਿਮਟਿਡ ਕੰਪਨੀ ਹੁੰਦੀ ਹੈ, ਪ੍ਰਾਈਵੇਟ ਲਿਮਟਿਡ ਕੰਪਨੀ ਐਜ਼ ਪਰ ਸੈਕਸ਼ਨ 2 ਸਬਸੈਕਸ਼ਨ 68 ਆਫ ਇੰਡੀਅਨ ਕੰਪਨੀ ਐਕਟ 2013। ਇਹਦੇ ਪ੍ਰਾਈਵੇਟ ਕੰਪਨੀ ਦਾ ਮਤਲਬ ਹੁੰਦਾ ਹੈ ਇਟ ਮੀਨਸ ਏ ਕੰਪਨੀ ਹੈਵਿੰਗ ਏ ਮਿਨੀਮਮ ਪੇਡ ਅਪ ਕੈਪੀਟਲ ਆਫ 1 ਲੱਖ ਰੁਪੀ ਔਰ ਸੱਚ ਹਾਇਰ ਪੇਡ ਅਪ ਕੈਪੀਟਲ ਐਜ਼ ਮੇ ਬੀ ਪ੍ਰਸਕ੍ਰਾਈਬਡ ਐਂਡ ਵਿਚ ਬਾਏ ਇਟਸ ਆਰਟੀਕਲਸ। ਸਭ ਤੋਂ ਇੰਪੋਰਟੈਂਟ ਗੱਲ ਇਹ ਹੈ, ਪ੍ਰਾਈਵੇਟ ਕੰਪਨੀ ਦੇ ਵਿੱਚ ਘੱਟੋ ਘੱਟ ਜਿਹੜਾ ਤੁਸੀਂ ਪੈਸਾ ਲਗਾਉਣਾ ਉਹ ਕਿੰਨਾ ਹੋਣਾ ਚਾਹੀਦਾ? 1 ਲੱਖ ਰੁਪਇਆ ਹੋਣਾ ਚਾਹੀਦਾ ਹੈ। ਵੱਧ ਹੋ ਸਕਦਾ ਹੈ, ਪਰ ਉਹ ਜਿਹੜਾ ਵੀ ਆਰਟੀਕਲ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਇਹ ਪ੍ਰਾਈਵੇਟ ਕੰਪਨੀ ਵਾਲੇ ਬੰਦੇ ਆਪਣਾ ਸ਼ੇਅਰ ਕਿਸੇ ਹੋਰ ਬੰਦੇ ਨੂੰ ਟਰਾਂਸਫਰ ਨਹੀਂ ਕਰ ਸਕਦੇ। ਇਹਦੇ ਵਿੱਚ ਹੋਰ ਕੀ ਯਾਦ ਰੱਖਣਾ? ਇਹਦੇ ਵਿੱਚ ਜਿਹੜੇ ਮਿਨੀਮਮ ਮੈਂਬਰ ਹੁੰਦੇ ਨੇ ਉਹ ਕਿੰਨੇ ਹੁੰਦੇ ਨੇ? 2 ਹੁੰਦੇ ਨੇ। ਮੈਕਸੀਮਮ ਮੈਂਬਰ ਕਿੰਨੇ ਹੁੰਦੇ ਨੇ? 200 ਹੁੰਦੇ ਨੇ। ਠੀਕ ਹੈ, ਇਹ ਯਾਦ ਰੱਖਣਾ। ਅਤੇ ਇਹ ਕਿਸੇ ਪਬਲਿਕ ਨੂੰ ਇਨਵੀਟੇਸ਼ਨ ਨਹੀਂ ਦੇ ਸਕਦੇ ਆਪਣੇ ਸ਼ੇਅਰ ਖਰੀਦਣ ਵਾਸਤੇ ਜਾਂ ਸਿਕਿਉਰਿਟੀ ਵਾਸਤੇ ਪੈਸਾ ਇਕੱਠਾ ਨਹੀਂ ਕਰ ਸਕਦੇ। ਕੋਈ ਪ੍ਰੋਹੀਬਿਟਡ ਹੁੰਦਾ ਇਹਨਾਂ ਦਾ, ਮਤਲਬ ਮਨਾਹੀ ਹੈ ਇਸ ਚੀਜ਼ ਵਾਸਤੇ ਪ੍ਰਾਈਵੇਟ ਕੰਪਨੀਆਂ ਲਈ। ਹੁਣ ਆ ਜਾਓ ਪਬਲਿਕ ਲਿਮਟਿਡ ਕੰਪਨੀ। ਪਬਲਿਕ ਲਿਮਟਿਡ ਕੰਪਨੀ ਕੀ ਹੁੰਦੀ ਹੈ? ਕਹਿੰਦੇ ਜਿਹੜੀ ਪ੍ਰਾਈਵੇਟ ਕੰਪਨੀ ਨਹੀਂ ਹੁੰਦੀ ਉਹਨੂੰ ਕੀ ਬੋਲਦੇ ਆ? ਪਬਲਿਕ ਲਿਮਟਿਡ ਕੰਪਨੀ। ਇਹਨਾਂ ਦਾ ਜਿਹੜਾ ਸਿੱਧਾ ਕੰਸਰਨ ਕਿਹਦੇ ਨਾਲ ਹੁੰਦਾ? ਪਬਲਿਕ ਨਾਲ ਹੁੰਦਾ। ਇਹਦੇ ਵਿੱਚ ਕੀ ਆ ਜਾਂਦਾ? ਕਹਿੰਦੇ ਇਹਦੇ ਵਿੱਚ ਜਿਹੜੇ ਮਿਨੀਮਮ ਮੈਂਬਰ ਹੁੰਦੇ ਨੇ ਉਹ 7 ਹੁੰਦੇ ਨੇ ਅਤੇ ਮੈਕਸੀਮਮ ਜਿੰਨੇ ਮਰਜ਼ੀ ਹੋ ਸਕਦੇ, ਕੋਈ ਵੀ ਲਿਮਿਟ ਨਹੀਂ ਹੈਗੀ। ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਆਪਣੇ ਜਿਹੜੀ ਸਿਕਿਉਰਿਟੀ ਜਾਂ ਸ਼ੇਅਰ ਹੈ ਉਹਨੂੰ ਆਸਾਨੀ ਨਾਲ ਟਰਾਂਸਫਰ ਕਰ ਸਕਦੇ ਆ। ਇਹ ਪਬਲਿਕ ਨੂੰ ਆਪਣੇ ਸ਼ੇਅਰ ਸਿਕਿਉਰਿਟੀ ਵੇਚ ਸਕਦੇ ਨੇ। ਇਹਨਾਂ ਨੂੰ ਕੋਈ ਮਨਾਹੀ ਨਹੀਂ ਹੈਗੀ। ਠੀਕ ਹੈ, ਅਤੇ ਇਹਨਾਂ ਨੂੰ ਜਿਹੜੇ ਹੁਣ ਹੋਰ ਚੀਜ਼ਾਂ ਕੀ ਆ ਜਾਂਦੀਆਂ ਨੇ, ਜਿਵੇਂ ਕੰਪਨੀ ਲਿਮਟਿਡ ਬਾਏ ਗਰੰਟੀ। ਹੁਣ ਕੰਪਨੀ ਲਿਮਟਿਡ ਬਾਏ ਗਰੰਟੀ ਦਾ ਕੀ ਹੈ? ਮੀਨਸ ਏ ਕੰਪਨੀ ਹੈਵਿੰਗ ਦਾ ਲਾਇਬਿਲਿਟੀ ਆਫ ਇਟਸ ਮੈਂਬਰ ਲਿਮਟਿਡ ਬਾਏ ਦਾ ਮੈਮੋਰੈਂਡਮ ਟੂ ਸੱਚ ਅਮਾਊਂਟ ਐਜ਼ ਦਾ ਮੈਂਬਰ ਮੇ ਰਿਸਪੈਕਟਿਵਲੀ ਅੰਡਰਟੇਕ ਟੂ ਕੰਟਰੀਬਿਊਟ ਦਾ ਐਸੈਟ ਆਫ ਦਾ ਕੰਪਨੀ ਇਨ ਦਾ ਇਵੈਂਟ ਆਫ ਇਟਸ ਬੀਇੰਗ ਵਾਊਂਡ ਅਪ। ਕਹਿੰਦੇ ਕੰਪਨੀ ਲਿਮਟਿਡ ਬਾਏ ਗਰੰਟੀ, ਇਹਦਾ ਮਤਲਬ ਕੀ ਹੁੰਦਾ? ਕਹਿੰਦੇ ਜੇਕਰ ਕੰਪਨੀ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇਗੇ, ਮੈਂਬਰਾਂ ਨੂੰ ਕੁਛ ਨਾ ਕੁਛ ਪੈਸਾ ਦੇਣਾ ਪੈਂਦਾ, ਉਹਦੀ ਗਰੰਟੀ ਹੁੰਦੀ ਹੈ। ਇਹ ਉਦੋਂ ਹੀ ਦਿੰਦੇ ਨੇ ਪੈਸਾ ਜਦੋਂ ਕੰਪਨੀ ਵਾਊਂਡ ਅਪ ਹੋ ਰਹੀ ਹੋਵੇ। ਠੀਕ ਹੈ, ਤਾਂ ਮਤਲਬ ਬੰਦ ਹੋ ਰਹੀ ਹੋਵੇ। ਠੀਕ ਹੈ, ਕੰਪਨੀ ਲਿਮਟਿਡ ਬਾਏ ਸ਼ੇਅਰ ਮੀਨਸ ਸ਼ੇਅਰ ਹੈਵਿੰਗ ਦਾ ਲਾਇਬਿਲਿਟੀ ਆਫ ਇਟਸ ਮੈਂਬਰ ਲਿਮਟਿਡ ਬਾਏ ਮੈਮੋਰੈਂਡਮ ਟੂ ਦਾ amount if any unpaid of the share respectively be held by them। ਇਹਦੇ ਵਿੱਚ ਕੰਪਨੀ ਲਿਮਟਿਡ ਬਾਏ ਸ਼ੇਅਰ ਜਿਹੜੀ ਸ਼ੇਅਰ ਦੀ ਲਾਇਬਿਲਿਟੀ ਹੁੰਦੀ ਆ ਉਹ ਕੀ ਹੁੰਦੀ ਆ? ਮਤਲਬ ਲਿਮਟਿਡ ਹੁੰਦੀ ਆ। ਮਤਲਬ ਕੰਪਨੀ ਸਿਰਫ ਓਨੇ ਹੀ ਪੈਸੇ ਲੋਕਾਂ ਤੋਂ ਮੰਗਾ ਸਕਦੀ ਹੈ ਜਿੰਨੇ ਪੈਸੇ ਉਹਨਾਂ ਦੇ ਅਨਪੇਡ ਨੇਗੇ। ਠੀਕ ਹੈ, ਜਿਵੇਂ 10 ਰੁਪਏ ਦਾ ਸ਼ੇਅਰ ਹੈ, 10 ਰੁਪਏ ਦੇ ਵਿੱਚ ਉਹ 10 ਰੁਪਏ ਤੱਕ ਹੀ ਪੈਸੇ ਮੰਗਾ ਸਕਦੀ ਹੈ। ਠੀਕ ਹੈ, ਇਹ ਹੁੰਦਾ। ਅੱਗੇ ਆ ਜਾਂਦਾ 1 ਪਰਸਨ ਕੰਪਨੀ। 1 ਪਰਸਨ ਕੰਪਨੀ 'ਚ ਕੀ ਆਉਂਦਾ? ਕਹਿੰਦੇ ਦਾ ਐਕਟ ਕੰਪਨੀ ਐਕਟ ਇੰਟਰੋਡਿਊਸ ਏ ਨਿਊ ਟਾਈਪ ਆਫ ਐਂਟਿਟੀ ਟੂ ਦਾ ਐਗਜ਼ਿਸਟਿੰਗ ਲਿਸਟ ਅਪਾਰਟ ਫਰੋਮ ਫੋਰਮਿੰਗ ਏ ਪਬਲਿਕ ਔਰ ਪ੍ਰਾਈਵੇਟ ਲਿਮਟਿਡ ਕੰਪਨੀ 2013। Act enable to formation of new entity on 1 person company, 1 person company with only 1 person as its member। ਓਨਲੀ 1 ਪਰਸਨ ਮੈਂਬਰ ਹੁੰਦਾ ਇਹਦੇ ਅੰਦਰ, ਸਿਰਫ ਇੱਕੋ ਹੀ ਬੰਦਾ। ਉਹਦੇ ਵਿੱਚ ਵੀ ਇੱਕ ਰਿਕੁਆਇਰਮੈਂਟ ਹੈ ਕਿ 1 ਪਰਸਨ ਵਾਸਤੇ ਉਹ ਕਿਹੜਾ ਹੋਣਾ? ਨੈਚੁਰਲ ਪਰਸਨ ਹੁੰਦਾ, ਇੰਡੀਅਨ ਸਿਟੀਜ਼ਨ ਦਾ ਹੋਣਾ ਚਾਹੀਦਾ, ਉਹਦੀ ਰੈਜ਼ੀਡੈਂਸੀ ਇੰਡੀਅਨ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਆਹ ਚੀਜ਼ਾਂ ਆਉਂਦੀਆਂ। ਅੱਗੇ ਦੇਖੋ, no person shall be eligible to incorporate more than 1 person। ਇੱਕ ਤੋਂ ਜ਼ਿਆਦਾ ਬੰਦੇ ਇਹਦੇ ਵਿੱਚ ਮਤਲਬ ਨਹੀਂ ਆਉਣਗੇ। ਪਰ ਇਹਦੇ ਵਿੱਚ ਜਿਹੜੇ ਬਿਕਮ ਨੋਮੀਨੀ ਇਨ ਦਾ ਮੋਰ ਦੈਨ 1 ਸੱਚ ਕੰਪਨੀ। ਠੀਕ ਹੈ, ਇਹਦੇ ਵਿੱਚ ਕੋਈ ਹੋਰ ਜ਼ਿਆਦਾ ਬੰਦਾ ਐਲੀਜੀਬਲ ਨਹੀਂ ਹੁੰਦਾ, ਸਿਰਫ ਇੱਕੋ ਹੀ ਬੰਦਾ ਐਲੀਜੀਬਲ ਹੁੰਦਾ।
OPC to be compulsory convert itself to into public or private company in certain cases where the paid up share capital of one APC exceed 50 lakh or its average annual turnover during the relevant period exceed 2 crore rupees, it shall ceases to be entitled to continue as a one person company। ਹੁਣ ਇਹਦੇ ਵਿੱਚ ਸਿਰਫ ਇੱਕੋ ਹੀ ਬੰਦਾ ਕੰਮ ਕਰ ਸਕਦਾ ਹੈ, ਠੀਕ ਹੈ। ਇਹ ਜਿਹੜੇ OPC ਇਹ ਕੰਪਲਸਰੀ ਕਨਵਰਟ ਕਰ ਸਕਦੇ ਨੇ ਪਬਲਿਕ ਅਤੇ ਪ੍ਰਾਈਵੇਟ ਕੰਪਨੀ 'ਚ, ਪਰ ਕੁਝ ਸਰਟਨ ਕੇਸਿਸ ਹੁੰਦੇ ਨੇਗੇ। ਇਹਨਾਂ ਦੀ ਜਿਹੜੀ ਪੇਡ ਅਪ ਕੈਪੀਟਲ ਹੁੰਦੀ ਹੈ ਵਨ ਪਰਸਨ ਕੰਪਨੀ ਦੀ ਉਹ 50 ਲੱਖ, ਠੀਕ ਹੈ, ਤੋਂ ਜ਼ਿਆਦਾ, ਅਤੇ ਇਹਨਾਂ ਦੀ ਐਵਰੇਜ ਟਰਨਓਵਰ ਕੀ ਹੋਇਆ 2 ਕਰੋੜ ਰੁਪਏ ਤੋਂ ਜ਼ਿਆਦਾ ਹੋਵੇ, ਠੀਕ ਹੈ, ਤਾਂ ਇਹ ਆਪਣੀ ਵਨ ਪਰਸਨ ਕੰਪਨੀ ਨੂੰ ਕੀ ਕਰ ਸਕਦੇ ਨੇਗੇ, ਕੰਟੀਨਿਊ ਕਰ ਸਕਦੇ ਨੇ। ਅੱਗੇ ਆ ਜਾਂਦਾ ਪ੍ਰਿਵਿਲੇਜਿਸ ਔਰ ਬੈਨੀਫਿਟ ਆਫ ਪ੍ਰਾਈਵੇਟ ਕੰਪਨੀ ਓਵਰ ਪਬਲਿਕ ਕੰਪਨੀ। A private company can be formed with only 2 members, whereas at least 7 members are needed to be form a public company। ਜਿਹੜੀ ਪ੍ਰਾਈਵੇਟ ਕੰਪਨੀ 'ਚ 2 ਮੈਂਬਰ ਹੁੰਦੇ ਨੇ ਘੱਟੋ ਘੱਟ, ਉਹਦੇ ਵਿੱਚ 7 ਮੈਂਬਰ ਹੁੰਦੇ ਨੇ। ਪਹਿਲਾ ਪੁਆਇੰਟ। ਦੂਜੇ ਪੁਆਇੰਟ ਦੇ ਵਿੱਚ ਆਉਂਦਾ ਇਹਦੇ ਵਿੱਚ 2 ਡਾਇਰੈਕਟਰ ਹੁੰਦੇ ਨੇ ਪ੍ਰਾਈਵੇਟ ਕੰਪਨੀ 'ਚ। ਪਬਲਿਕ ਕੰਪਨੀ 'ਚ ਮਿਨੀਮਮ 3 ਡਾਇਰੈਕਟਰ ਹੋਣੇ ਚਾਹੀਦੇ ਨੇਗੇ, ਠੀਕ ਹੈ, ਮਿਨੀਮਮ 3 ਡਾਇਰੈਕਟਰ 'ਚ 2। ਇਹ 'ਚ ਇਹ ਕੰਪਲਸਰੀ ਜਿਹੜਾ ਇਹ 'ਚ ਨੋਟ ਕੰਪਲਸਰੀ ਪ੍ਰਾਈਵੇਟ ਮੇਨਟੇਨ ਇੰਡੈਕਸ ਆਫ ਇਟਸ ਮੈਂਬਰ। ਇਹ 'ਚ ਇੰਡੈਕਸ ਮੇਨਟੇਨ ਕਰਨ ਦੀ ਲੋੜ ਨਹੀਂ ਹੁੰਦੀ, ਮੈਂਬਰਾਂ ਦੇ ਨਾਮ ਇੰਡੈਕਸ ਕਰਨ ਦੀ, ਇਹਨਾਂ 'ਚ ਮੇਨਟੇਨ ਕਰਨ ਦੀ ਲੋੜ ਹੁੰਦੀ ਹੈ। ਇਹਦੇ ਵਿੱਚ ਪ੍ਰਾਈਵੇਟ ਕੰਪਨੀ ਦੇ ਵਿੱਚ ਜਿਹੜੇ ਕੈਨ ਇਸ਼ੂ ਲੋਨ ਟੂ ਡਾਇਰੈਕਟਰ ਵਿਦਆਊਟ ਪ੍ਰਾਇਰ ਪਰਮਿਸ਼ਨ ਆਫ ਗੌਰਮੈਂਟ। ਇਹ ਡਾਇਰੈਕਟਰ ਨੂੰ ਕੀ ਕਰ ਸਕਦੇ ਨੇ, ਲੋਨ ਇਸ਼ੂ ਕਰ ਸਕਦੇ ਨੇ, ਪਰ ਇਹਦੇ ਵਿੱਚ ਲੋਨ ਇਸ਼ੂ ਨਹੀਂ ਹੋ ਸਕਦਾ, ਗੌਰਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਪਬਲਿਕ ਕੰਪਨੀ 'ਚ। ਇਹਦੇ ਵਿੱਚ ਪ੍ਰਾਈਵੇਟ ਕੰਪਨੀ 'ਚ ਕੰਪਲਸਰੀ ਨਹੀਂ ਹੁੰਦਾ ਕਿ ਸਟੈਚੂਰੀ ਮੀਟਿੰਗ ਜਾਂ ਮਤਲਬ ਸਟੈਚੂਰੀ ਮੀਟਿੰਗ ਤਿਆਰ ਕਰਨੀਆਂ, ਹੋਰ ਮੀਟਿੰਗ ਅਟੈਂਡ ਲਗਾਉਣੀਆਂ ਨੇ, ਪਰ ਇਹਦੇ ਵਿੱਚ ਇੰਪੋਰਟੈਂਟ ਹੁੰਦਾ। ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ ਕਿ ਚਾਹੇ ਪ੍ਰਾਈਵੇਟ ਕੰਪਨੀ ਦੇ ਵਿੱਚ ਕਿ ਕਿੰਨੇ ਵੀ ਡਾਇਰੈਕਟਰ ਅਪੁਆਇੰਟ ਹੋਣ, ਰੈਮੂਨਰੇਸ਼ਨ ਡਾਇਰੈਕਟਰਾਂ ਦੀ ਜਿੰਨੀ ਮਰਜ਼ੀ ਸੈਲਰੀ ਹੋਵੇ, ਪਰ ਇਹਦੇ ਵਿੱਚ ਰਿਸਟ੍ਰਿਕਸ਼ਨ ਹੁੰਦੀ ਹੈ। ਅਪੁਆਇੰਟਮੈਂਟ ਨੰਬਰ ਸਾਰਾ ਪਬਲਿਕ ਕੰਪਨੀ ਦੇ ਵਿੱਚ ਸਾਰਾ ਮਤਲਬ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਆਪਾਂ ਨੂੰ ਰੱਖਣਾ ਪੈਂਦਾ। ਡਾਇਰੈਕਟਰਾਂ ਦੀ ਸੈਲਰੀ ਵੀ ਆਪਾਂ ਨੂੰ ਉਹਦੇ ਮੁਤਾਬਿਕ ਹੀ ਦੇਖਣੀ ਪੈਂਦੀ ਹੈ। ਇਹਦੇ ਵਿੱਚ ਪ੍ਰੋਸਪੈਕਟਸ ਨਹੀਂ ਹੁੰਦੇ ਪ੍ਰਾਈਵੇਟ ਕੰਪਨੀ 'ਚ, ਉਹਦੇ ਪ੍ਰੋਸਪੈਕਟਸ ਹੁੰਦੇ ਨੇ। ਪ੍ਰਾਈਵੇਟ ਕੰਪਨੀ ਦੇ ਵਿੱਚ ਜਿਹੜਾ ਹੁੰਦਾ ਕਿ ਉਹ ਬਿਜ਼ਨਸ ਸਟਾਰਟ ਕਰ ਸਕਦੇ ਨੇਗੇ, ਠੀਕ ਹੈ, ਸਰਟੀਫਿਕੇਟ ਆਫ ਰਜਿਸਟ੍ਰੇਸ਼ਨ। ਵੇਅਰ ਪਬਲਿਕ ਕੰਪਨੀ ਜਿਹੜਾ ਸਟਾਰਟ ਕਰ ਸਕਦਾ ਬਿਜ਼ਨਸ ਸਰਟੀਫਿਕੇਟ ਫੋਰ ਦਾ ਕਮੈਂਸਮੈਂਟ ਨੋਟ ਬਿਜ਼ਨਸ। ਇਹਦੇ ਵਿੱਚ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਤੋਂ ਬਾਅਦ ਹੀ ਆਪਣਾ ਬਿਜ਼ਨਸ ਸਟਾਰਟ ਕਰ ਸਕਦਾ। ਇਹਦੇ ਵਿੱਚ ਕਮੈਂਸਮੈਂਟ ਆਫ ਬਿਜ਼ਨਸ ਦਾ ਸਰਟੀਫਿਕੇਟ ਹੋਣਾ ਚਾਹੀਦਾ। ਸਮਝ ਆ ਗਈ ਗੱਲ? ਤਾਂ ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖਦੇ ਹਾਂ। ਅੱਗੇ ਦੇਖੋ ਸਟੂਡੈਂਟਸ, ਡਿਫਰੈਂਸ ਕੀ ਨੇ ਪ੍ਰਾਈਵੇਟ ਕੰਪਨੀ ਅਤੇ ਪਬਲਿਕ ਕੰਪਨੀ ਦੇ ਵਿੱਚ। ਇਹਦੇ ਵਿੱਚ ਕਹਿੰਦੇ ਹੁਣ ਉਹੀ ਪ੍ਰਾਈਵੇਟ ਕੰਪਨੀ ਜਿਹੜੀ ਮੈਂ ਹੁਣ ਇਸ ਤੋਂ ਪਹਿਲਾਂ ਪੜ੍ਹ ਕੇ ਹਟਿਆ ਕਿ ਇਹਦੇ ਵਿੱਚ 2 ਮੈਂਬਰ ਹੁੰਦੇ, ਇਹ 'ਚ 7 ਹੁੰਦੇ, ਇਹਦੇ ਵਿੱਚ ਮੈਕਸੀਮਮ 200 ਹੁੰਦੇ, ਇਹ 'ਚ ਕੋਈ ਲਿਮਿਟ ਨਹੀਂ ਹੁੰਦੀ। ਇਹ 'ਚ ਡਾਇਰੈਕਟਰ ਕਿੰਨੇ ਹੁੰਦੇ, 2 ਹੁੰਦੇ, ਇਹ 'ਚ 3 ਹੁੰਦੇ ਨੇਗੇ, ਠੀਕ ਹੈ। ਇਹਦੇ ਵਿੱਚ ਇਨਵੀਟੇਸ਼ਨ ਕਰ ਨਹੀਂ ਸਕਦੇ, ਇਹਦੇ ਵਿੱਚ ਪਬਲਿਕ ਨੂੰ ਇਨਵੀਟੇਸ਼ਨ ਕਰ ਸਕਦੇ ਆ। ਇਹ 'ਚ ਪ੍ਰੋਸਪੈਕਟ ਇਸ਼ੂ ਨਹੀਂ ਕਰਨਾ ਹੁੰਦਾ ਪਬਲਿਕ ਨੂੰ, ਇਹ 'ਚ ਪ੍ਰੋਸਪੈਕਟ ਇਸ਼ੂ ਕਰਨਾ ਹੁੰਦਾ। ਇਹ 'ਚ ਆਪਣੇ ਸ਼ੇਅਰ ਟ੍ਰਾਂਸਫਰ ਨਹੀਂ ਕਰ ਸਕਦੇ, ਇਹਦੇ ਵਿੱਚ ਆਪਣੇ ਸ਼ੇਅਰ ਟ੍ਰਾਂਸਫਰ ਕਰ ਸਕਦੇ ਹਾਂ। ਇਹ 'ਚ ਸਟੈਚੂਰੀ ਮੀਟਿੰਗ ਨਹੀਂ ਹੁੰਦੀ, ਮਤਲਬ ਪਬਲਿਕ ਨਾਲ ਮੀਟਿੰਗ ਰੱਖਣੀ ਹੁੰਦੀ ਹੈ, ਇਹ 'ਚ ਨਹੀਂ ਹੁੰਦੀ, ਇਹਦੇ ਵਿੱਚ ਹੁੰਦੀ ਹੈ। ਇਹਦੇ ਵਿੱਚ ਮੈਂਬਰਾਂ ਦਾ ਇੰਡੈਕਸ ਨਹੀਂ ਬਣਾਉਣਾ ਪੈਂਦਾ, ਇਹ 'ਚ ਮੈਂਬਰਾਂ ਦਾ ਇੰਡੈਕਸ ਬਣਾਉਣਾ ਪੈਂਦਾ ਹੈ। ਇਹਦੇ ਵਿੱਚ ਲੀਗਲ ਫਾਰਮੈਲਿਟੀ ਇੰਨੀ ਜ਼ਿਆਦਾ ਨਹੀਂ ਹੁੰਦੀ, ਇਹਦੇ ਵਿੱਚ ਬਹੁਤ ਸਾਰੀ ਲੀਗਲ ਫਾਰਮੈਲਿਟੀ ਹੁੰਦੀ ਹੈ। ਇਹਦੇ ਵਿੱਚ ਮਿਨੀਮਮ ਪੇਡ ਆਫ ਕੈਪੀਟਲ ਕਿੰਨੀ ਹੁੰਦੀ ਹੈ, 1 ਲੱਖ ਹੁੰਦੀ ਹੈ, ਇਹਦੇ ਵਿੱਚ ਕਿੰਨੀ ਹੁੰਦੀ ਹੈ, 5 ਲੱਖ ਹੁੰਦੀ ਹੈ। ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਆ ਜਾਂਦਾ ਡਿਫਰੈਂਸ ਬਿਟਵੀਨ ਕੰਪਨੀ ਅਤੇ ਕੋਆਪਰੇਟਿਵ ਔਰਗਨਾਈਜੇਸ਼ਨ। ਕੋਆਪਰੇਟਿਵ ਔਰਗਨਾਈਜੇਸ਼ਨ ਅਤੇ ਕੰਪਨੀ ਦੇ ਵਿੱਚ ਕੀ ਫ਼ਰਕ ਹੈ? ਇਹਦੇ ਵਿੱਚ ਕੰਪਨੀ ਦੇ ਵਿੱਚ ਕਹਿੰਦੇ ਰਜਿਸਟ੍ਰੇਸ਼ਨ ਕੰਪਨੀ ਐਕਟ ਦੇ ਅਕੋਰਡਿੰਗ ਹੁੰਦੀ ਹੈ, ਇਹਦੇ ਵਿੱਚ ਰਜਿਸਟ੍ਰੇਸ਼ਨ ਸੁਸਾਇਟੀ ਐਕਟ ਦੇ ਅਕੋਰਡਿੰਗ ਹੁੰਦੀ ਹੈ, ਕੋਆਪਰੇਟਿਵ ਸੁਸਾਇਟੀ ਦੀ। ਇਹਦੇ ਵਿੱਚ 2 ਮੈਂਬਰ ਮਿਨੀਮਮ ਹੁੰਦੇ ਨੇਗੇ, ਠੀਕ ਹੈ। ਕੰਪਨੀ 'ਚ ਮੈਕਸੀਮਮ ਕੋਈ ਲਿਮਿਟ ਨਹੀਂ ਹੁੰਦੀ, ਠੀਕ ਹੈ। ਮਤਲਬ ਮਿਨੀਮਮ 2 ਮੈਂਬਰ ਹੋ ਸਕਦੇ ਨੇਗੇ, ਪ੍ਰਾਈਵੇਟ ਕੰਪਨੀ 'ਚ 7 ਹੋ ਸਕਦੇ ਨੇ, ਪਬਲਿਕ ਦੇ ਵਿੱਚ ਮੈਕਸੀਮਮ ਜਿੰਨੇ ਮਰਜ਼ੀ ਕੋਈ ਲਿਮਿਟ ਨਹੀਂ। ਇਹਦੇ ਵਿੱਚ 2 ਮੈਂਬਰ ਹੀ ਹੋ ਸਕਦੇ ਨੇ। ਇਹਦੇ ਵਿੱਚ ਮੇਨ ਮੋਟਿਵ ਇਹਦਾ ਕੀ ਹੁੰਦਾ, ਪ੍ਰੋਫਿਟ ਅਰਨ ਕਰਨਾ ਹੁੰਦਾ। ਇਹਦੇ ਵਿੱਚ ਸਿਰਫ ਮੈਂਬਰਾਂ ਨੂੰ ਕੀ ਕਰਨੀ ਹੁੰਦੀ ਹੈ, ਸਰਵਿਸ ਪ੍ਰੋਵਾਈਡ ਕਰਨੀ ਹੁੰਦੀ ਹੈ। ਇਹ 'ਚ ਫਰੀ ਟ੍ਰਾਂਸਫਰ ਕਰ ਸਕਦੇ ਆਪਾਂ ਸ਼ੇਅਰ, ਇਹ 'ਚ ਵੀ ਸ਼ੇਅਰ ਮਤਲਬ ਟ੍ਰਾਂਸਫਰ ਨਹੀਂ ਕਰ ਸਕਦੇ, ਪਰਮਿਟਡ ਨਹੀਂ ਹੁੰਦੀ। ਇਹਦੇ ਵਿੱਚ ਕੀ ਹੈ, 1 ਸ਼ੇਅਰ 'ਤੇ 1 ਵੋਟ ਹੁੰਦੀ ਹੈ, ਇਹਦੇ ਵਿੱਚ 1 ਮੈਂਬਰ 1 ਵੋਟ ਹੁੰਦਾ। ਇਹਦੇ ਵਿੱਚ 1 ਸ਼ੇਅਰ 'ਤੇ 1 ਵੋਟ ਹੁੰਦੀ ਹੈ, ਇਹਦੇ ਵਿੱਚ 1 ਮੈਂਬਰ 1 ਵੋਟ ਹੁੰਦੀ ਹੈ।
ਇਹ 'ਚ ਬੋਰਡ ਆਫ ਡਾਇਰੈਕਟਰ ਅਤੇ ਪ੍ਰੋਫੈਸ਼ਨਲ ਐਕਸਪਰਟ ਹੁੰਦੇ ਨੇ। ਇਹਦੇ ਵਿੱਚ ਵੋਲੰਟਰੀ ਅਤੇ ਹੋਨਰਰੀ ਸਰਵਿਸ ਜਿਹੜੇ ਸਰਵਿਸ ਮੈਂਬਰ ਹੁੰਦੇ ਨੇ ਆਪਣੀ ਇੱਛਾ ਅਨੁਸਾਰ ਆਏ ਹੁੰਦੇ ਨੇ। ਇਹਦੇ ਵਿੱਚ ਸਪੈਸ਼ਲ ਪ੍ਰਿਵਿਲੇਜਸ ਗਰੰਟਡ ਨਹੀਂ ਹੁੰਦੀ ਗੌਰਮੈਂਟ ਨੂੰ। ਇਹਦੇ ਵਿੱਚ ਕੰਸੈਸ਼ਨ ਕੁਛ ਮਿਲਦਾ ਹਮੇਸ਼ਾ ਗੌਰਮੈਂਟ ਦੇ ਵੱਲੋਂ ਕੁਛ ਨਾ ਕੁਛ, ਕਿਉਂਕਿ ਸੁਸਾਇਟੀ ਜਿਹੜੇ ਹੁੰਦੇ ਨੇ ਉਹਨਾਂ ਦਾ ਮੇਨ ਮਕਸਦ ਮੈਂਬਰਾਂ ਦਾ ਹੁੰਦਾ ਪਬਲਿਕ, ਇਸ ਲਈ ਕੁਛ ਨਾ ਕੁਛ ਐਗਜ਼ੈਂਪਸ਼ਨ ਇਹਦੇ ਵਿੱਚ ਦਿੰਦੀ ਹੈ, ਇਹਦੇ ਵਿੱਚ ਨਹੀਂ ਹੁੰਦਾ। ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ, ਜੇਕਰ ਆਪਾਂ ਕਹੀਏ ਕੰਪਨੀ ਅਤੇ ਪਾਰਟਨਰਸ਼ਿਪ ਦੇ ਵਿੱਚ ਕੀ ਫ਼ਰਕ ਹੈ, ਤਾਂ ਕੀ ਹੈ ਇਹਦੀ ਜੋ ਰਜਿਸਟ੍ਰੇਸ਼ਨ ਹੈ ਕੰਪਨੀ ਐਕਟ ਦੇ ਅਕੋਰਡਿੰਗ ਹੁੰਦੀ ਹੈ। ਇਹਦੇ ਵਿੱਚ ਕੰਪਲਸਰੀ ਨਹੀਂ ਹੁੰਦੀ। ਜੇਕਰ ਕੰਪਲਸਰੀ ਹੁੰਦੀ ਵੀ, ਜੇਕਰ ਰਜਿਸਟ੍ਰੇਸ਼ਨ ਹੋਏਗੀ ਵੀ ਪਾਰਟਨਰ ਐਕਟ 1932 ਦੇ ਅਕੋਰਡਿੰਗ ਹੁੰਦੀ ਹੈ। ਇਹਦੇ ਵਿੱਚ ਜੇਕਰ ਪਬਲਿਕ ਪ੍ਰਾਈਵੇਟ ਦੀ ਗੱਲ ਕਰੇ, ਮਿਨੀਮਮ 2 ਮੈਂਬਰ, ਪਬਲਿਕ 'ਚ 7, ਮੈਕਸੀਮਮ ਉਹਦੇ ਵਿੱਚ ਪ੍ਰਾਈਵੇਟ 'ਚ 50 ਅਤੇ ਪਬਲਿਕ ਦੇ ਵਿੱਚ ਕੋਈ ਲਿਮਟ ਨਹੀਂ। ਅਤੇ ਮਿਨੀਮਮ 10 ਮੈਂਬਰ ਹੁੰਦੇ ਨੇ। ਜੇਕਰ ਬੈਂਕਿੰਗ ਦੀ ਗੱਲ ਕਰੋ ਤਾਂ 10 ਮੈਂਬਰ ਹੁੰਦੇ ਨੇ। ਉਂਝ ਇਹਦੇ ਕੇਸ ਦੇ ਵਿੱਚ ਕੀ ਹੁੰਦੇ ਨੇਗੇ, 20 ਹੁੰਦੇ ਨੇ। ਇਹਨਾਂ ਦੀ ਜਿਹੜੀ ਲਾਇਬਿਲਿਟੀ ਹੁੰਦੀ ਹੈ ਕਿ ਲਿਮਟਡ ਹੁੰਦੀ ਹੈ, ਇਹਨਾਂ ਦੀ ਲਾਇਬਿਲਿਟੀ ਅਨਲਿਮਟਡ ਹੁੰਦੀ ਹੈ ਪਾਰਟਨਰਸ ਦੀ। ਇਹਨਾਂ ਵਿੱਚ ਜਿਹੜੇ ਇੰਟਰਸਟ ਸ਼ੇਅਰ ਉਹ ਕੀ ਆ ਟ੍ਰਾਂਸਫਰ ਕਰ ਸਕਦੇ, ਇਹਦੇ ਵਿੱਚ ਨਹੀਂ ਕਰ ਸਕਦੇ। ਇਹਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਪਰਸਨ ਹੁੰਦੇ ਨੇ, ਡਾਇਰੈਕਟਰ ਹੁੰਦੇ ਨੇ, ਇਹਦੇ ਵਿੱਚ ਜਿਹੜੇ ਪਾਰਟਨਰ ਹੀ ਮੈਨੇਜ ਕਰਦੇ ਨੇ। ਇਹਦੇ ਵਿੱਚ ਮੈਂਬਰ ਏਜੰਟ ਨਹੀਂ ਹੁੰਦੇ, ਇਹਦੇ ਵਿੱਚ ਪਾਰਟਨਰ ਏਜੰਟ ਹੁੰਦੇ ਨੇ। ਇਹਦੇ ਵਿੱਚ ਕੰਪਨੀ ਦੇ ਇਹਨਾਂ ਦੇ ਆਉਣ ਜਾਣ ਨਾਲ ਕੰਪਨੀ ਨੂੰ ਕੋਈ ਫਰਕ ਨਹੀਂ ਪੈਂਦਾ। ਇਹਦੇ ਵਿੱਚ ਫਰਕ ਪੈਂਦਾ ਪਾਰਟਨਰਸ਼ਿਪ ਫਰਮ ਡਿਸੋਲਵ ਹੋ ਸਕਦੀ ਹੈ। ਇਹ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ, ਸੈਪਰੇਟ ਲੀਗਲ ਐਂਟਿਟੀ ਨਹੀਂ ਹੁੰਦੀ। ਇਹ ਕੰਪਨੀ ਐਕਟ 1956 ਦੇ ਅਕੋਰਡਿੰਗ ਬਣੀ ਹੁੰਦੀ ਹੈ, ਪਾਰਟਨਰ ਐਕਟ 1932 ਦੇ ਅਕੋਰਡਿੰਗ ਬਣੀ ਹੁੰਦੀ ਹੈ। ਤਾਂ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ। ਹੁਣ ਜੇਕਰ ਸਾਰਿਆਂ ਦੇ ਵਿੱਚ ਆਪਾਂ ਕੰਪੇਅਰ ਕੀਤਾ ਜਾਵੇ, ਹੁਣ ਤੁਹਾਨੂੰ ਸਾਰਾ ਮੈਨੇ ਸਮਝਾਤਾ, ਕੰਪਨੀ ਤੱਕ ਮੈਨੇ ਸਮਝਾਤਾ, ਤੁਸੀਂ ਇਹ ਚੀਜ਼ ਤਾਂ ਆਪ ਕਰ ਹੀ ਸਕਦੇ ਹੋ, ਤੁਹਾਨੂੰ ਪਤਾ ਹੀ ਹੈ। ਠੀਕ ਹੈ, ਤਾਂ ਹੁਣ ਇਹ ਮੇਨਲੀ ਤੁਹਾਨੂੰ ਮੈਨੇ ਸਾਰੀ ਚੀਜ਼ਾਂ ਗੱਲ ਸਮਝਾਤੀ। ਹੁਣ ਅੱਗੇ ਦੇਖਦੇ ਆਪਾਂ। ਹੁਣ ਆਪਣਾ ਜਿਹੜਾ ਮੋਸਟ ਇੰਪੋਰਟੈਂਟ ਟੋਪਿਕ ਹੈ ਕਿ ਜੁਆਇੰਟ ਸਟਾਕ ਕੰਪਨੀ ਨੂੰ ਕਿਵੇਂ ਬਣਾਇਆ ਜਾਂਦਾ, ਕਿਵੇਂ ਫੋਰਮੇਸ਼ਨ ਕੀਤੀ ਜਾਂਦੀ ਹੈ, ਉਹਦੇ ਲੀਗਲ ਪ੍ਰੋਸੀਜਰਸ ਕੀ ਨੇਗੇ। ਇਹ 4 ਸਟੈਪਾਂ ਦੇ ਵਿੱਚ ਹੋ ਕੇ ਗੁਜ਼ਰਨਾ ਪੈਂਦਾ। ਪਹਿਲਾ ਸਟੈਪ ਹੈ ਪ੍ਰਮੋਸ਼ਨ, ਫਿਰ ਇਨਕੋਰਪੋਰੇਸ਼ਨ, ਫਿਰ ਕੈਪੀਟਲ ਸਬਸਕ੍ਰਿਪਸ਼ਨ ਸਟੇਜ, ਫਿਰ ਕਮੈਂਸਮੈਂਟ ਹੋ ਜਾਂਦੀ। ਪਹਿਲੇ 2 ਸਟੈਪਾਂ ਬਾਅਦ ਪ੍ਰਾਈਵੇਟ ਕੰਪਨੀ ਚਾਲੂ ਹੋ ਜਾਂਦੀ ਹੈ। ਫਿਰ 4 ਸਟੈਪ ਪੂਰੇ ਕਰਨ ਤੋਂ ਬਾਅਦ ਪ੍ਰਾਈਵੇਟ ਕੰਪਨੀ ਤੋਂ ਬਾਅਦ ਆਪਾਂ ਨੂੰ ਪਬਲਿਕ ਕੰਪਨੀ ਚਾਲੂ ਹੁੰਦੀ। ਪ੍ਰਾਈਵੇਟ ਕੰਪਨੀ ਸਿਰਫ 2 ਸਟੈਪਾਂ ਬਾਅਦ ਚਾਲੂ ਹੁੰਦੀ ਹੈ, ਪਬਲਿਕ 4 ਨੂੰ ਪੂਰਾ ਕਰਨਾ ਪੈਂਦਾ ਹੈ। ਅਸਾਂ ਆਹ ਯਾਦ ਰੱਖਿਓ, ਇਹਦੇ ਅੰਦਰ ਸਮਝ ਆਏਗੀ। ਪੇਪਰ ਦੇ ਵਿੱਚ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ। ਅੱਗੇ ਦੇਖਦੇ ਹਾਂ। ਪਹਿਲਾ ਸਟੈਪ ਆਪਾਂ ਕਰਦੇ ਹਾਂ ਪ੍ਰਮੋਸ਼ਨ। ਦੇਖੋ ਸਟੂਡੈਂਟਸ, ਪ੍ਰਮੋਸ਼ਨ ਹੁੰਦਾ ਕੀ ਆ। ਕਹਿੰਦੇ ਪ੍ਰਮੋਸ਼ਨ ਸਟੇਜ ਇਨਕਲੂਡ ਆਲ ਦਾ ਸਟੈਪ ਰਾਈਟ ਫਰੋਮ conception of idea to starting the company till it is formed. It is a process of planning and organizing all the resources required to form a company. Promotion involves the discovery of a business idea, the investigation, assembling necessary resources to set up the business. The person who performs all the activity during the promotion stage is known as promoter. The promoter conveys the business idea and take all initiative to form a company. The promoter can be an individual, a group of persons or an institution. ਧਿਆਨ ਨਾਲ ਮੇਰੀ ਗੱਲ ਸੁਣ ਲਓ। ਇੱਕ ਕੰਪਨੀ ਜਦੋਂ ਸਟਾਰਟ ਹੁੰਦੀ ਹੈ, ਕੋਈ ਨਾ ਕੋਈ ਬੰਦਾ ਹੀ ਸੋਚੂਗਾ ਕਿ ਕੰਪਨੀ ਮੈਨੇ ਸਟਾਰਟ ਕਰਨੀ ਹੈ। ਹੁਣ ਉਹਦੇ ਮਨ ਦੇ ਵਿੱਚ ਇੱਕ ਆਈਡੀਆ ਆਉਂਦਾ, ਹਾਂ ਮੈਂ ਕੰਪਨੀ ਸਟਾਰਟ ਕਰਨੀ ਹੈ। ਠੀਕ ਹੈ, ਤਾਂ ਹੁਣ ਉਹਦੇ ਅੰਦਰ ਆਈਡੀਆ ਡਿਸਕਵਰ ਹੁੰਦਾ, ਹਾਂ ਮੈਨੇ ਕੰਪਨੀ ਸਟਾਰਟ ਕਰਨੀ ਹੈ, ਮੈਂ ਕਿਹੜੀ ਜਗ੍ਹਾ 'ਤੇ ਕੰਪਨੀ ਸਟਾਰਟ ਕਰਨਾ ਚਾਹੂੰਗਾ, ਕਿੰਨਾ ਪੈਸਾ ਲੱਗੇਗਾ, ਕੀ ਰਿਸੋਰਸਿਸ ਚਾਹੀਦੇ ਨੇ, ਅਤੇ ਕਾਹਦਾ ਬਿਜ਼ਨਸ ਸਟਾਰਟ ਕਰਨਾ ਹੈ। ਠੀਕ ਹੈ, ਉਹਦੇ ਅੰਦਰ ਇੱਕ ਆਈਡੀਆ ਆਉਂਦਾ। ਜਿਹੜਾ ਬੰਦਾ ਇਹਨੂੰ ਸੋਚਦਾ ਉਹਨੂੰ ਕੀ ਬੋਲਦੇ ਨੇ ਆਪਾਂ, ਪ੍ਰਮੋਟਰ ਬੋਲਦੇ ਹਾਂ। ਜੋ ਕੀ ਕਰਦਾ ਹੈ ਕਿ ਇਸ ਆਈਡੀਆ ਨੂੰ ਮਤਲਬ ਕਰਨ ਵਾਸਤੇ ਇਹ ਕੀ ਕਰਦਾ, ਇਹਨੂੰ ਫੋਲੋ ਕਰਦਾ, ਅੱਗੇ ਸਟੈਪ ਫੋਲੋ ਕਰਦਾ। ਉਹ ਕੌਣ ਕਰਦਾ, ਪ੍ਰਮੋਟਰ ਕਰਦਾ। ਜਿਹੜਾ ਪ੍ਰਮੋਟਰ ਹੋ ਸਕਦਾ, ਪ੍ਰਮੋਟਰ ਇੱਕ ਬੰਦਾ ਵੀ ਹੋ ਸਕਦਾ, ਇੱਕ ਇੰਡੀਵਿਜੂਅਲ ਵੀ ਹੋ ਸਕਦਾ, ਗਰੁੱਪ ਆਫ ਪਰਸਨ ਵੀ ਹੋ ਸਕਦਾ, ਅਤੇ ਇੱਕ ਇੰਸਟੀਟਿਊਸ਼ਨ ਵੀ ਹੋ ਸਕਦਾ। ਤਾਂ ਪ੍ਰਮੋਟਰ ਇੰਨਾ ਕੋਈ ਵੀ ਹੋ ਸਕਦਾ। ਹੁਣ ਉਹ ਪ੍ਰਮੋਟਰ ਕੀ ਫੋਲੋਇੰਗ ਫੰਕਸ਼ਨਸ ਨੇ, ਫੋਲੋਇੰਗ ਸਟੈਪਸ ਨੇਗੇ, ਉਹ ਇਹਨਾਂ ਨੂੰ ਫੋਲੋ ਕਰਦਾ ਅਤੇ ਉਸ ਹਿਸਾਬ ਨਾਲ ਉਹਦਾ ਸਟੇਜਸ ਨੂੰ ਪੂਰਾ ਕਰਕੇ ਉਹ ਇੱਕ ਕੰਪਨੀ ਤਿਆਰ ਕਰਦਾ। ਆਪਾਂ ਹੌਲੀ ਹੌਲੀ ਇਸ ਸਟੈਪ ਨੂੰ ਪੜ੍ਹਾਂਗੇ ਤਾਂ ਤੁਹਾਨੂੰ ਅੱਗੇ ਕਲੀਅਰ ਹੋਊਗਾ। ਇਹ ਮੋਸਟ ਇੰਪੋਰਟੈਂਟ ਟੋਪਿਕ ਹੈ। ਦੇਖੋ ਸਟੂਡੈਂਟਸ, ਸਭ ਤੋਂ ਪਹਿਲਾ ਸਟੈਪ ਹੈ ਆਇਡੈਂਟੀਫਿਕੇਸ਼ਨ। ਕਹਿੰਦੇ ਉਹ ਆਇਡੈਂਟੀਫਾਈ ਕਰਦਾ ਆਫ ਬਿਜ਼ਨਸ ਓਪਰਚੁਨਿਟੀਜ਼। ਕਹਿੰਦੇ the promotion stage begin with the discovery of an idea to set up a business.
It can be an idea to set up a new business or an idea to expand the existing business. The promoter identifies the profitability of idea by analyzing the opportunity available in that area. The promoter also analyzes the various resources required, amount of capital required, and degree of risk involved. पहला की है, पहला आइडेंटिफाई करेगा बिजनेस की कादा बिजनेस चलाना उन्हें आइडेंटिफाई करेगा, ठीक है। ਉਹਦੇ मन ਦੇ ਉਹਦੇ ਅੰਦਰ ਆਈਡੀਆ ਆਏਗਾ कि हाँ कि मैं बिजनेस चलाना है इस तरीके नाल। मैंने जब तक पुराना बिजनेस चल रहा होगा ਉਹਨੂੰ ਨਵਾਂ ਆਈਡੀਆ ਆਇਆ कि मैं अपने बिजनेस ਨੂੰ ਕਿਵੇਂ ਐਕਸਪੈਂਡ ਕਰ ਸਕਦਾ, ਜਾਂ ਫਿਰ ਉਹ ਨਵਾਂ ਬਿਜ਼ਨਸ ਚਲਾਉਣਾ ਚਾਹ ਰਿਹਾ कि हाँ नवे बिजनेस ਦੇ ਵਿੱਚ ਉਹਨੂੰ ਇੱਕ ਆਈਡੀਆ ਆਉਂਦਾ कि हाँ मैं ਇਹ ਬਿਜ਼ਨਸ ਹੋ ਸਕਦਾ, ਇਹ ਪਰਟੀਕੂਲਰ ਏਰੀਆ ਅਵੇਲੇਬਲ ਹੈ, ਇੱਥੇ ਆਪਾਂ ਮੈਂ ਬਿਜ਼ਨਸ ਚਲਾ ਸਕਦਾ, ਮੈਨੂੰ ਕਿੰਨਾ ਰਿਸਕ ਇਹਦੇ ਵਿੱਚ ਹੋਊਗਾ, ਕਿੰਨੀ ਕੈਪੀਟਲ ਰਿਕੁਆਇਰਡ ਹੋਊਗੀ, ਇਹ ਸਾਰਾ ਕੁਛ ਇਹ ਪਹਿਲੇ ਪੁਆਇੰਟ ਦੇ ਵਿੱਚ ਕੀ ਕਰਦਾ ਆਇਡੈਂਟੀਫਾਈ ਕਰਦਾ। ਦੂਸਰਾ ਪੁਆਇੰਟ ਕੀ ਕਰਦਾ ਉਹ ਫਿਜ਼ੀਬਿਲਿਟੀ ਸਟੱਡੀਜ਼, ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ ਫਿਜ਼ੀਬਿਲਿਟੀ ਸਟੱਡੀ। ਫਿਜ਼ੀਬਿਲਿਟੀ ਸਟੱਡੀ ਦੇ ਵਿੱਚ ਕੀ ਕਰਦਾ ਉਹ कि after analyzing all the concept related to the idea discovered, the promoter start doing detailed investigation to give practical shape to the idea. He does detailed investigation regarding cost, profitability, production process, demand of the product. While doing this, the promoter takes the help of a specialist or expert such as chartered accountant, engineers. The specialist make an objective analysis of all the details collected by the promoter. The reports of the specialist help the promoter to take a decision regarding the size of the business, location of the plant, amount of the capital. ਹੁਣ ਤੁਸੀਂ ਸੋਚ ਰਹੇ ਹੋ ਫਿਜ਼ੀਬਿਲਿਟੀ ਸਟੱਡੀ ਕੀ ਹੁੰਦੀ ਹੈ। ਹੁਣ ਫਿਜ਼ੀਬਿਲਿਟੀ ਸਟੱਡੀ ਦੇ ਵਿੱਚ ਜਿਹੜਾ ਤੁਸੀਂ ਆਈਡੀਆ ਸੋਚਿਆ ਉਸ ਨੂੰ ਆਈਡੀਆ ਨੂੰ ਐਕਚੁਅਲ 'ਚ ਦੇਖਦਾ ਜਾ ਕੇ ਕਿ ਉਹ ਆਈਡੀਆ ਜਿਹੜਾ ਮੈਂ ਸੋਚਿਆ ਕਿ ਇਹ ਐਕਚੁਅਲ 'ਚ ਵਿੱਚ ਇਹ ਲਾਗੂ ਹੋਏਗਾ ਕਿ ਨਹੀਂ ਹੋਏਗਾ। ਹੁਣ ਇਹਦੇ ਵਿੱਚ ਉਹ ਦੇਖੇਗਾ ਕਿ ਇਨਵੈਸਟੀਗੇਸ਼ਨ ਕਰੇਗਾ ਪ੍ਰੈਕਟੀਕਲ ਸ਼ੇਪ ਦੇ ਵਿੱਚ, ਕੀ ਦੇਖੇਗਾ ਕਿ ਉਹ ਇੰਜੀਨੀਅਰ ਚਾਰਟਡ ਅਕਾਊਂਟੈਂਟ ਦੀ ਹੈਲਪ ਲਏਗਾ ਕਿ ਹਾਂ ਬਈ ਕਿ ਮੈਨੇ ਕਿ ਇਹ ਕੰਮ ਕਰਨਾ ਹੈ ਤਾਂ ਇਸ ਹਿਸਾਬ ਨਾਲ ਮੈਨੂੰ ਇੰਨੀ ਅਮਾਊਂਟ ਲੱਗੇਗੀ, ਇੰਨੀ ਮਤਲਬ ਪਲਾਂਟ ਚਾਹੀਦੇ ਨੇ, ਇੰਨਾ ਮੈਨੂੰ ਮਸ਼ੀਨਾਂ ਚਾਹੀਦੀਆਂ ਨੇ, ਇੰਨੇ ਮੈਨੂੰ ਪੈਸੇ ਚਾਹੀਦੇ ਨੇਗੇ, ਇਹ ਜਗ੍ਹਾ ਵੀ ਡਿਸਾਈਡ ਕਰਨੀ ਪਊਗੀ, ਹਾਂ ਆਹ ਜਗ੍ਹਾ 'ਤੇ ਹੀ ਕੰਮ ਚੱਲ ਸਕਦਾ, ਆਹ ਜਗ੍ਹਾ 'ਤੇ ਨਹੀਂ ਚੱਲ ਸਕਦਾ। ਇਹ ਸਾਰੀ ਚੀਜ਼ਾਂ ਕਿਹਦੇ ਵਿੱਚ ਦੇਖਣੀਆਂ ਪੈਂਦੀਆਂ ਉਹਨੂੰ ਫਿਜ਼ੀਬਿਲਿਟੀ ਸਟੇਜ ਦੇ ਵਿੱਚ। ਮੇਨ ਫਿਜ਼ੀਬਿਲਿਟੀ ਸਟੇਜ ਦੇ ਵਿੱਚ ਕੀ ਚੀਜ਼ਾਂ ਦੇਖਣੀਆਂ ਪੈਂਦੀਆਂ ਆਪਾਂ ਨੂੰ ਟੈਕਨੀਕਲ ਫਿਜ਼ੀਬਿਲਿਟੀ। ਟੈਕਨੀਕਲ ਫਿਜ਼ੀਬਿਲਿਟੀ ਦੇ ਵਿੱਚ ਕੀ ਦੇਖਣਾ ਪੈਂਦਾ ਸਮ ਟਾਈਮਸ ਦਾ ਆਈਡੀਆ ਇਜ਼ ਗੁੱਡ but technically it may not be possible to implement the idea. It may be due to non availability of raw material, input technology. The project is considered technically unfeasible unless the technology or other required input can be imported or are available in our country. Technical feasibility ਦਾ ਮਤਲਬ ਕੀ ਆ ਹੁਣ ਦੇਖੋ ਸਟੂਡੈਂਟਸ ਕਿ ਹੁਣ ਆਈਡੀਆ ਤਾਂ ਚਾਹੇ ਬਹੁਤ ਵਧੀਆ ਤੁਸੀਂ ਸੋਚਿਆ ਬਹੁਤ ਵਧੀਆ ਚੀਜ਼ ਹੈ ਬਟ ਕਈ ਵਾਰ ਕੀ ਹੁੰਦਾ ਕਿ ਉਹ ਉਹਦੇ ਉੱਤੇ ਇੰਪਲੀਮੈਂਟ ਨਹੀਂ ਹੋ ਪਾ ਰਿਹਾ ਹੁੰਦਾ। ਮਤਲਬ ਤੁਸੀਂ ਟੈਕਨੀਕਲੀ ਦੇਖੋ ਕਿ ਤੁਹਾਡੇ ਕੋਲ ਰੋ ਮਟੀਰੀਅਲ ਹੈ, ਜਿਹੜਾ ਤੁਸੀਂ ਆਈਡੀਆ ਲਿੱਤਾ ਉਹਦੀ ਟੈਕਨੋਲੋਜੀ ਤੁਹਾਡੇ ਕੋਲ ਅਵੇਲੇਬਲ ਹੈ ਕਿ ਤੁਹਾਡੀ ਕੰਟਰੀ ਵਿੱਚ ਉਹ ਮਿਲ ਜੇਗੀ ਕਿ ਨਹੀਂ ਮਿਲ ਜੇਗੀ, ਤਾਂ ਸਾਰੀ ਚੀਜ਼ਾਂ ਇਹਦੇ ਵਿੱਚ ਚੈੱਕ ਕਰਨੀਆਂ ਪੈਂਦੀਆਂ ਨੇ। ਫਿਰ ਜਦੋਂ ਇਹ ਸਾਰੀ ਚੀਜ਼ਾਂ ਅਵੇਲੇਬਲ ਹੋਣਗੀਆਂ ਤਾਂ ਹੀ ਆਪਾਂ ਅੱਗੇ ਚੱਲ ਸਕਦੇ ਹਾਂ। ਜੇਕਰ ਆਹ ਚੀਜ਼ ਅਵੇਲੇਬਲ ਨਹੀਂ ਹੁੰਦੀ ਤਾਂ ਫਿਰ ਆਪਣਾ ਆਈਡੀਆ ਇੱਥੇ ਹੀ ਖਰਾਬ ਹੋ ਜਾਂਦਾ। ਅੱਗੇ ਆਉਂਦਾ ਫਾਈਨੈਂਸ਼ੀਅਲ ਫਿਜ਼ੀਬਿਲਿਟੀ। ਫਾਈਨੈਂਸ਼ੀਅਲ ਫਿਜ਼ੀਬਿਲਿਟੀ ਦੇ ਵਿੱਚ ਕੀ ਆਉਂਦਾ if the required capital or fund for the business ideas are so large that these can not be arranged within the available then it is said to be financially unfeasible. For example, one may have an idea to urbanize the rural area but the fund required to carry out the idea are so huge that it may not be converted into action plan due to financial unfeasibility. ਫਾਈਨੈਂਸ਼ੀਅਲ ਫਿਜ਼ੀਬਿਲਿਟੀ ਦੇ ਵਿੱਚ ਕੀ ਆਉਂਦਾ ਹੁਣ ਦੇਖੋ ਤੁਹਾਨੂੰ ਇਹ ਵੀ ਦੇਖਣਾ ਪਏਗਾ। ਚਲੋ ਮੰਨ ਲਿਆ ਤੁਹਾਨੂੰ ਟੈਕਨੀਕਲ ਦੇ ਵਿੱਚ ਬਹੁਤ ਸਾਰਾ ਰੋ ਮਟੀਰੀਅਲ ਸਾਰਾ ਕੁਛ ਅਵੇਲੇਬਲ ਆ, ਹੁਣ ਤੁਸੀਂ ਦੇਖੋ ਕਿ ਉਹਦੇ ਵਾਸਤੇ ਫੰਡ ਵੀ ਤਾਂ ਚਾਹੀਦਾ, ਪੈਸਾ ਕਿੱਥੋਂ ਆਊਗਾ, ਪੈਸਾ ਅਵੇਲੇਬਲ ਹੋਣਾ ਚਾਹੀਦਾ, ਲਾਰਜ ਮਾਤਰਾ 'ਚ ਪੈਸਾ ਹੋਣਾ ਚਾਹੀਦਾ। ਆਈਡੀਆ ਤਾਂ ਹੀ ਇੰਪਲੀਮੈਂਟ ਹੋ ਪਾਊਗਾ ਜੇਕਰ ਤੁਹਾਡੇ ਕੋਲ ਪੈਸਾ ਹੋਊਗਾ। ਅਗਰ ਪੈਸਾ ਅਵੇਲੇਬਲ ਹੈ
ਤਾਈਓ ਆਪਾਂ ਅੱਗੇ ਆਪਣੇ ਪਲਾਨ ਨੂੰ ਅੱਗੇ ਕੀ ਕਰ ਸਕਦੇ ਹਾਂ, ਕੰਟੀਨਿਊ ਕਰ ਸਕਦੇ ਹਾਂ। ਅਦਰਵਾਈਜ਼ ਤਾਂ ਆਪਣਾ ਪਲਾਨ ਇੱਥੇ ਹੀ ਫੇਲ ਹੋ ਜਾਂਦਾ। ਇਸ ਲਈ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ। ਫਿਰ ਆਪਾਂ ਨੂੰ ਦੇਖਣਾ ਪੈਂਦਾ ਇਕਨੋਮਿਕ ਫਿਜ਼ੀਬਿਲਿਟੀ, ठीक है। सम टाइम ए प्रोजेक्ट इज़ अबेंडेड जस्ट बिकॉज इट माइट नॉट बी वेरी प्रॉफिटेबल। जनरली बिजनेसमैन प्रेफर टू कैरी ऑन विच आइडिया विच आर प्रॉफिटेबल। हुण सारी चीज़ां वधिया है, सारी चीज़ां वधिया होने तो बाद फिर ये भी देखना पएगा कि वो बिजनेस आपां नूं प्रॉफिट कमा के भी देगा कि नहीं। ਕੰਮ ਤਾਂ ਚਲੋ ਆਪਾਂ ਚਲਾ ਲਾਂਗੇ ਸਾਰਾ ਕੁਝ, ਪਰ ਪ੍ਰੋਫਿਟ ਵੀ ਤਾਂ ਕਮਾ ਕੇ ਦੇਗਾ ਕਿ ਨਹੀਂ। ਇਹ ਵੀ ਆਪਾਂ ਨੂੰ ਇਕਨੋਮਿਕ ਫਿਜ਼ੀਬਿਲਿਟੀ ਵੀ ਦੇਖਣਾ ਪੈਂਦੀ ਹੈ। ਇਕਨੋਮਿਕ ਫਿਜ਼ੀਬਿਲਿਟੀ ਆਪਾਂ ਨੂੰ ਜਦੋਂ ਤੁਹਾਨੂੰ ਪਤਾ ਹੀ ਹੈ, ਅਗਰ ਬਿਜ਼ਨਸ ਪ੍ਰੋਫਿਟ ਹੀ ਨਹੀਂ ਕਮਾਏਗਾ ਤਾਂ ਆਪਾਂ ਨੂੰ ਬਿਜ਼ਨਸ ਵੀ ਚਲਾਏ ਦਾ ਕੋਈ ਫਾਇਦਾ ਨਹੀਂ ਹੈਗਾ। ਤਾਂ ਇਕਨੋਮਿਕ ਫਿਜ਼ੀਬਿਲਿਟੀ ਵੀ ਇਹਦੇ ਵਿੱਚ ਆ ਜਾਂਦੀ ਹੈ। ਅੱਗੇ ਦੇਖੋ ਸਟੂਡੈਂਟਸ, ਨੇਮ ਅਪਰੂਵਲ। ਅਗਲਾ ਸਟੈਪ ਇਹਦੇ ਵਿੱਚ ਆ ਜਾਂਦਾ ਨੇਮ ਅਪਰੂਵਲ। Two company cannot have identical names. It is necessary for every company to get its name approved from registrar so that it does not match with any other company name. Generally company gives these name in order of priority. आगे देखते हैं। registrar match the name with the name of other company and if it is not identical then the registrar approve the name। ਹੁਣ ਨੇਮ ਅਪਰੂਵਲ ਦੇ ਵਿੱਚ ਕੀ ਆਉਂਦਾ, ਨੇਮ ਅਪਰੂਵਲ ਦੇ ਵਿੱਚ ਆਪਾਂ ਨੂੰ ਇਹ ਦੇਖਣਾ ਪੈਂਦਾ ਹੈ ਕਿ ਆਪਾਂ ਜਿਹੜਾ ਨਾਮ ਰਜਿਸਟਰ ਕਰਵਾਉਣ ਜਾ ਰਿਹਾ ਕਿ ਉਹ ਨਾਮ ਦੀ ਕੋਈ ਹੋਰ ਪਹਿਲਾਂ ਕੰਪਨੀ ਰਜਿਸਟਰ ਤਾਂ ਨਹੀਂ ਹੈਗੀ। ਅਗਰ ਪਹਿਲਾਂ ਇਹ ਕੰਪਨੀ ਰਜਿਸਟਰ ਹੈ ਤਾਂ ਆਪਾਂ ਉੱਥੇ ਰਜਿਸਟਰਾਰ ਆਪਾਂ ਨੂੰ ਕਹਿ ਦਿੰਦਾ ਕਿ ਇਹ ਕੰਪਨੀ ਨਾਮ ਦੀ ਰਜਿਸਟ੍ਰੇਸ਼ਨ ਤਾਂ ਪਹਿਲੇ ਹੀ ਹੋਈ ਆ, ਤੁਸੀਂ ਇਹ ਨਾਮ ਯੂਜ਼ ਨਹੀਂ ਕਰ ਸਕਦੇ। ਅਗਰ ਉਹ ਨਾਮ ਕਿਸੇ ਦੀ ਕੰਪਨੀ ਦਾ ਰਜਿਸਟਰ ਨਹੀਂ ਹੋਇਆ ਤਾਂ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਰਜਿਸਟਰ ਕਰਵਾ ਸਕਦੇ ਹਾਂ। ਤਾਂ ਇਹ ਥਰਡ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖਦੇ ਹਾਂ ਆਪਾਂ ਫਿਕਸਿੰਗ ਅਪ ਸਿਗਨੇਚਰੀ ਟੂ ਮੈਮੋਰੈਂਡਮ of article association। promoter have to decide about the people who will be signing the memorandum। usually the signatory of memorandum become the first director of the company। promoter also take their written consent to act as director and ask them to buy qualification share। ਹੁਣ ਤੁਹਾਨੂੰ ਇਹ ਵੀ ਦੱਸੋ ਕਿ ਜਿਹੜਾ ਡਾਇਰੈਕਟਰ ਹੁੰਦਾ, ਹੁਣ ਜਿਹੜਾ ਪ੍ਰਮੋਟਰ ਉਹਨੂੰ ਆਪਾਂ ਡਾਇਰੈਕਟਰ ਵੀ ਕਹਿ ਸਕਦੇ ਹਾਂ ਜਾਂ ਪ੍ਰਮੋਟਰ ਅਲੱਗ ਵੀ ਹੋ ਸਕਦਾ। ਪਰ ਕੀ ਕਰਨਾ ਪੈਂਦਾ ਫਿਰ ਆਪਾਂ ਨੂੰ ਮੈਮੋਰੈਂਡਮ ਦਾ ਮਤਲਬ ਹੁੰਦਾ ਕਿ ਕੰਪਨੀ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਉਹਦੇ ਅੰਦਰ ਲਿਖੀ ਜਾਂਦੀ ਹੈ ਜਿਹੜੀ ਆਪਾਂ ਪਬਲਿਕ ਨੂੰ ਸ਼ੋਅ ਕਰਨੀ ਹੁੰਦੀ ਹੈ। ਠੀਕ ਹੈ, ਉਹ ਕਿਹਦੇ ਸਾਈਨ ਕਰਾਏ ਜਾਂਦੇ ਨੇ, ਡਾਇਰੈਕਟਰ ਦੇ ਸਾਈਨ ਕਰਾਏ ਜਾਂਦੇ ਆ। ਜਿਹੜਾ ਕੰਪਨੀ ਦਾ ਮੇਨ ਫਸਟ ਡਾਇਰੈਕਟਰ ਹੁੰਦਾ ਉਹ ਤੋਂ ਰਿਟਨ ਦੇ ਵਿੱਚ ਸਹਿਮਤੀ ਲਈ ਜਾਂਦੀ ਹੈ ਅਤੇ ਉਹਦੀ ਮਤਲਬ ਜਿਹੜੇ ਵੀ ਉਹ ਸ਼ੇਅਰ ਦੇ ਮੁਤਾਬਿਕ ਉਹ ਤੋਂ ਰਿਟਨ ਦੇ ਵਿੱਚ ਉਹ ਤੋਂ ਸਾਈਨ ਕਰਵਾਏ ਜਾਂਦੇ ਨੇ। ਅੱਗੇ ਦੇਖੋ ਅਪੁਆਇੰਟਮੈਂਟ ਆਫ ਪ੍ਰੋਫੈਸ਼ਨਲ। ਦ ਪ੍ਰਮੋਟਰ appoints the broker and underwriter to ensure the availability of capital by sale of a company's security, and solicitors are appointed to deal with the legal matter of the company। banker are appointed to have smooth financial dealing। ਹੁਣ ਅਪੁਆਇੰਟਮੈਂਟ ਆਫ ਪ੍ਰੋਫੈਸ਼ਨਲ ਹੁਣ ਤੁਹਾਨੂੰ ਪਤਾ ਕੰਪਨੀ ਦੇ ਵਿੱਚ ਬਹੁਤ ਸਾਰੇ ਫੀਲਡਸ ਹੁੰਦੀਆਂ ਨੇ, ਹਰੇਕ ਜਗ੍ਹਾ ਦੇ ਅਲੱਗ-ਅਲੱਗ ਪ੍ਰੋਫੈਸ਼ਨਲ ਹੁੰਦੇ ਨੇਗੇ। ਤਾਂ ਹੁਣ ਆਪਣੀ ਕੰਪਨੀ ਨੂੰ ਸਮੂਥਲੀ ਚਲਾਉਣ ਵਾਸਤੇ ਆਪਾਂ ਕੀ ਕਰਦੇ ਆ, ਪ੍ਰੋਫੈਸ਼ਨਲ ਅਪੁਆਇੰਟ ਕਰਦੇ ਆ ਤਾਂ ਜੋ ਆਪਣੇ ਸ਼ੇਅਰ ਵੀ ਵੇਚਣ ਵਾਸਤੇ ਬਰੋਕਰ ਵੀ ਚਾਹੀਦੇ ਨੇ, ਅੰਡਰਰਾਈਟਰ ਵੀ ਚਾਹੀਦੇ ਨੇ, ਬੈਂਕਰ ਵੀ ਚਾਹੀਦੇ ਨੇ। ਤਾਂ ਹਰ ਫੀਲਡ ਲਈ ਆਪਾਂ ਨੂੰ ਪ੍ਰੋਫੈਸ਼ਨ ਵੀ ਚਾਹੀਦੇ ਨੇ। ਤਾਂ ਪ੍ਰੋਫੈਸ਼ਨ ਆਪਾਂ ਕੀ ਕਰਦੇ ਆ, ਅਪੁਆਇੰਟ ਕਰਦੇ ਆ ਤਾਂ ਜੋ ਆਪਣੇ ਜਿਹੜੇ ਸ਼ੇਅਰ ਨੂੰ ਸੇਲ ਖਰੀਦਣ ਵੇਚਣ ਜਾਂ ਅੱਗੇ ਆਪਾਂ ਨੂੰ ਸੁਜੈਸ਼ਨ ਕਰਨ ਦੇ ਵਿੱਚ ਮਤਲਬ ਹੈਲਪ ਕਰਦੇ ਨੇ ਤਾਂ ਆਪਾਂ ਨੂੰ ਕੰਪਨੀ ਸਮੂਥਲੀ ਰਨ ਕਰ ਸਕੀਏ। ਪ੍ਰਪੇਰੇਸ਼ਨ ਆਫ ਨੈਸੈਸਰੀ ਡਾਕੂਮੈਂਟਸ। ਅਤੇ ਇਸ ਤੋਂ ਬਾਅਦ ਆਪਾਂ ਪ੍ਰਮੋਟਰ ਕੀ ਕਰਦਾ ਹੈ, ਨੈਕਸਟ ਸਟੈਪ ਦੇ ਵਿੱਚ ਲੀਗਲ ਡਾਕੂਮੈਂਟ ਕੀ ਕਰਦਾ, ਪ੍ਰਪੇਅਰ ਕਰਦਾ ਹੈ। ਤਾਂ ਫਿਰ ਉਹ ਰਜਿਸਟਰਾਰ ਜਿਹੜਾ ਸਬਮਿਟ ਕਰਾਉਂਦਾ ਰਜਿਸਟਰਾਰ ਨੂੰ। ਠੀਕ ਹੈ, ਤਾਂ ਕਾਮਨ ਡਾਕੂਮੈਂਟ ਕਿਹੜੇ ਹੋ ਜਾਂਦੇ ਨੇ, ਮੈਮੋਰੈਂਡਮ ਆਫ ਐਸੋਸੀਏਸ਼ਨ, ਆਰਟੀਕਲ ਆਫ ਐਸੋਸੀਏਸ਼ਨ, ਪ੍ਰੋਸਪੈਕਟਰ, ਇਹ ਸਾਰੇ ਕੀ ਹੈ ਕਾਮਨ ਡਾਕੂਮੈਂਟ। ਹੁਣ ਇਹ ਤਿੰਨੇ ਕੀ ਹੁੰਦੇ ਨੇ ਇਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ। ਤੁਹਾਨੂੰ ਬਸ ਇੰਨਾ ਯਾਦ ਰੱਖਣਾ ਹੈ ਕਿ ਆਹ ਜਿਹੜੇ ਡਾਕੂਮੈਂਟਸ ਨੇ ਇਹ ਕੀ ਹੁੰਦੇ ਨੇ, ਕਾਮਨ ਡਾਕੂਮੈਂਟ ਹੁੰਦੇ ਨੇ ਜਿਹੜੇ ਆਪਾਂ ਨੂੰ ਰਜਿਸਟਰਾਰ ਨੂੰ ਕੀ ਕਰਾਉਣੇ ਪੈਂਦੇ ਨੇ, ਸਬਮਿਟ ਕਰਾਉਣੇ ਪੈਂਦੇ ਨੇ। ਤਾਂ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖਦੇ ਹਾਂ ਸਟੂਡੈਂਟਸ,
ਇਨਕੋਰਪੋਰੇਸ਼ਨ ਸਟੇਜ। ਇਨਕੋਰਪੋਰੇਸ਼ਨ ਸਟੇਜ ਆਪਾਂ ਪੜ੍ਹਾਂਗੇ ਹੁਣ। ਅੱਗੇ ਜਿੰਨੀਆਂ ਵੀ ਸਟੇਜਸ ਰਹਿ ਗਈਆਂ ਜਿਵੇਂ ਇਨਕੋਰਪੋਰੇਸ਼ਨ, ਕੈਪੀਟਲ ਸਬਸਕ੍ਰਿਪਸ਼ਨ, ਅੱਗੇ ਇਹ ਆਪਾਂ ਅਗਲੀ ਕਲਾਸ ਦੇ ਵਿੱਚ ਪੜ੍ਹਾਂਗੇ। ਤਾਂ ਹੁਣ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ। ਅਤੇ ਅਗਲੀ ਕਲਾਸ ਦੇ ਵਿੱਚ ਆਪਣਾ ਇਹ ਚੈਪਟਰ ਆਪਾਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਅਗਰ ਨਾ ਹੋਇਆ ਤਾਂ ਇੱਕ ਕਲਾਸ ਹੋਰ ਲੱਗ ਜਾਏਗੀ ਵੱਧ ਤੋਂ ਵੱਧ। ਅਤੇ ਫਿਰ ਉਸ ਤੋਂ ਬਾਅਦ ਆਪਣਾ ਐਵੇਂ ਅੱਗੇ 3rd ਚੈਪਟਰ ਸਟਾਰਟ ਕਰਾਂਗੇ ਅਤੇ ਐਵੇਂ ਸਟੈਪ ਬਾਏ ਸਟੈਪ ਚੱਲਦਾ ਰਹੇਗਾ। ਠੀਕ ਹੈ। ਫਿਰ ਹੌਲੀ ਹੌਲੀ ਆਪਾਂ ਟੈਸਟ ਲੈਣਾ ਚਾਲੂ ਕਰ ਦਾਂਗੇ ਜਦੋਂ ਆਪਣਾ ਸਿਲੇਬਸ ਕੰਪਲੀਟ ਹੋ ਗਿਆ। ਠੀਕ ਹੈ। ਤਾਂ ਉਦੋਂ ਤੱਕ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।